ਸਤਿਨਾਮ ਸ਼੍ਰੀ ਮਹੱਲਾ ਪੰਜਵਾ। ਮੋਹਿ ਦੁਹਾਗਨ ਆਪ ਸਿੰਗਾਰੀ रूप रंग दे नाम सवारी मिटया दुख अर सगल संताप गौर होए मेरे माई बाप मोहे दुहागन आप सिंगारी रूप रंग दे नाम सवारी मिटया दुख अर सगल संताप गुर होए मेरे माई बाप वाहिगुरु जी का खालसा वाहिगुरु जी की फतेह। परम सन्मानयोग जुगो जुग अटल तख्त चवर छत्र दे मालिक सतगुरु श्री गुरु ग्रंथ साहिब महाराज पातशाह जी की पावन पवित्र हजूरी अंदर सुभाएमान मेरी पीरी दे मालिक सतगुरु श्री गुरु हरगोबिंद साहिब महाराज जी के पावन पवित्र अस्थानां ते सतगुरु महाराज जी ने अमृत वेले तख्तां ते सुभाएमान होकर पावन दर्शन उपदेश बख्शिश कीते। उपरंत सतगुरु महाराज जी की हजूरी अंदर नितनेम दीआं बाणियां दे जाप तो उपरंत आसा की वार दा कीर्तन सतगुरु महाराज जी के अस्थान की हजूरी जत्थे पासों आप जी ने सरवण किया है। लड़ीवार सतगुरु महाराज पातशाह जी की बानी की विचार आप रोज़ाना सरवण करते हो। अज की पावन विचार सतगुरु महाराज जी जो बख्शिश किया होया शब्द है, ये पावन शब्द भैरो राग के अंदर
ਪੰਚਮ ਪਾਤਸ਼ਾਹ ਸ਼ਹੀਦਾਂ ਦੀ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 1143 ਤੋਂ ਇਹਨਾਂ ਪਾਵਨ ਬਚਨਾਂ ਦੀ ਆਰੰਭਤਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰਨ, ਗੁਰੂ ਅਰਜਨ ਦੇਵ ਮਹਾਰਾਜ ਆਪ ਵਿੱਚ ਵਰਤਨ, ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਆਓ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਮਨ ਬਿਰਤੀਆਂ ਇਕਾਗਰ ਕਰੋ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਬਾਣੀ ਦੀ ਵਿਚਾਰ ਕਰ ਸਕੀਏ ਤੇ ਗੁਰਮਤਿ ਵਿਚਾਰਾਂ ਸਾਡੇ ਹਿਰਦੇ ਵਿੱਚ ਟਿਕ ਜੋ ਉਪਦੇਸ਼ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਗਾਵੀਐ ਸੁਣੀਐ ਮਨ ਰੱਖੀਏ ਭਾਓ। ਗਾਉਣਾ, ਫਿਰ ਗਾਏ ਹੋਏ ਨੂੰ ਸੁਣ ਲੈਣਾ, ਫਿਰ ਸੁਣੇ ਹੋਏ ਨੂੰ ਮਨ ਦੇ ਵਿੱਚ ਵਸਾ ਲੈਣਾ। ਤੇ ਇਕੱਲਾ ਵਸਾਉਣਾ ਨਹੀਂ, ਸਤਿਗੁਰੂ ਮਹਾਰਾਜ ਕਹਿੰਦੇ ਨੇ ਪ੍ਰੇਮ ਭਾਵਨਾ ਸਹਿਤ ਵਸਾਉਣਾ ਹੈ। ਤੇ ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਨੇ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਦੁਨਿਆਵੀ ਤੌਰ ਤੇ ਜਦੋਂ ਅਸੀਂ ਸੰਸਾਰ ਨੂੰ ਦੇਖਦੇ ਹਾਂ ਤੇ ਸੰਸਾਰ ਦੇ ਵਿੱਚ ਕੁਝ ਲੈ ਕੇ ਆਉਣਾ ਹੋਵੇ ਤਾਂ ਕੁਝ ਦੇਣਾ ਪੈਂਦਾ ਹੈ, ਉਹਦੇ ਬਰਾਬਰ ਦਾ ਮੁੱਲ ਉਤਾਰਨਾ ਪੈਂਦਾ, ਫਿਰ ਕੋਈ ਵਸਤੂ ਜਿਹੜੀ ਹੈ ਉਹ ਸੰਸਾਰ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਦੁਕਾਨ ਤੋਂ ਕੁਝ ਲੈਣ ਵਾਸਤੇ ਗਏ ਹੋ ਤੇ ਵਸਤੂ ਤਾਂ ਮਿਲੇਗੀ ਜੇਕਰ ਉਹਦੇ ਬਦਲੇ ਕੁਝ ਪੈਸਾ, ਕੁਝ ਧਨ ਜਿਹੜਾ ਹੈ ਉੱਥੇ ਦਿੱਤਾ ਜਾਵੇਗਾ। ਫਿਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਪੈਸੇ ਤਾਂ ਕੋਲ ਹੁੰਦੇ ਨੇ, ਉਹ ਪੈਸੇ ਖਰੇ ਨਹੀਂ ਹੁੰਦੇ, ਖੋਟੇ ਹੁੰਦੇ ਨੇ। ਜਾਂ ਇਸ ਤਰ੍ਹਾਂ ਕਹਿ ਲਈਏ, ਅੱਜ ਦੀ ਭਾਸ਼ਾ ਦੇ ਅੰਦਰ ਕਰੰਸੀ ਤਾਂ ਹੋਵੇ ਪਰ ਉਹ ਜਾਲੀ ਹੋਵੇ, ਨਕਲੀ ਨੋਟ ਹੋਵਣ। ਜੇ ਕੋਈ ਨਕਲੀ ਨੋਟ ਲੈ ਕੇ, ਨਕਲੀ ਕਰੰਸੀ ਮੁੰਦਰਾ ਲੈ ਕਰਕੇ ਕਿਸੇ ਦੁਕਾਨਦਾਰ ਦੇ ਕੋਲ ਚਲੇ ਜਾਵੇ ਤੇ ਜਦੋਂ ਉਹਨੂੰ ਉਹ ਪੈਸੇ ਜਾ ਕੇ ਪਕੜਾਏਗਾ ਤੇ ਉਹ ਦੇਖਦਿਆਂ ਸਾਰੇ ਉਹਨੂੰ ਦੁਕਾਨ ਤੋਂ ਥੱਲੇ ਉਤਾਰ ਦਿੰਦਾ, ਭਈ ਇੱਥੇ ਆਹ ਵਾਲੇ ਪੈਸੇ ਤੇਰੇ ਨਹੀਂ ਚੱਲਣੇ, ਇਹ ਨਹੀਂ ਚੱਲਣਗੇ ਇੱਥੇ, ਇਹ ਤਾਂ ਖਰੇ ਹੋਣਗੇ ਤਾਂ ਇੱਥੇ ਚੱਲ ਸਕਦੇ ਆ। ਡਾਕਟਰ ਜਸਵੰਤ ਸਿੰਘ ਨੇਕੀ ਉਹਨਾਂ ਨੇ ਬੜੀ ਸੋਹਣੀ ਇੱਕ ਬਾਤ ਲਿਖੀ। ਉਹ ਕਹਿੰਦੇ ਨੇ, ਕਹਿੰਦੇ ਸੱਚ ਹੈ ਇਹ ਗੱਲ ਕਿ ਸੰਸਾਰ ਦੇ ਵਿੱਚ ਖੋਟਾ ਪੈਸਾ ਨਹੀਂ ਜੇ ਚੱਲਦਾ, ਪਰ ਕਹਿੰਦੇ ਇੱਕੋ ਹੀ ਥਾਂ ਵਾ ਜਿੱਥੇ ਖੋਟਾ ਵੀ ਚੱਲ ਜਾਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਕਹਿੰਦੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਦੇਖ ਤੂੰ ਮੇਰੇ ਕੋਲ ਆ, ਤੇ ਜਦੋਂ ਮੇਰੇ ਕੋਲ ਆ ਕਰਕੇ ਤੂੰ ਬੈਠੇਂਗਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਤੂੰ ਆਪਣੇ ਦੁੱਖਾਂ ਨੂੰ, ਆਪਣੇ ਕਲੇਸ਼ਾਂ ਨੂੰ, ਆਪਣੀਆਂ ਚਿੰਤਾ ਨੂੰ, ਆਪਣੇ ਝੋਰਿਆਂ ਨੂੰ ਨਾਲ ਲੈ ਕੇ ਆਉਣਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਹਨਾਂ ਚਿੰਤਾ ਝੋਰਿਆਂ ਨੂੰ ਤੂੰ ਮੇਰੇ ਅੱਗੇ ਰੱਖ ਦੇਈਂ ਤੇ ਮੈਂ ਤੈਨੂੰ ਇਹ ਨਹੀਂ ਕਹਾਂਗਾ ਕਿ ਇਸ ਘਰ ਦੇ ਵਿੱਚ ਚਿੰਤਾ ਨਹੀਂ ਲਈ ਜਾਂਦੀ, ਇੱਥੇ ਤੇਰੇ ਦੁੱਖ ਨਹੀਂ ਲਏ ਜਾਣਗੇ, ਇੱਥੇ ਤੇਰੀਆਂ ਤਕਲੀਫਾਂ ਨਹੀਂ ਸੁਣੀਆਂ ਜਾਣਗੀਆਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਦੁੱਖ ਪਰ ਹਰ, ਤੂੰ ਦੁੱਖ ਲੈ ਕੇ ਆ। ਸਤਿਗੁਰ ਸੱਚਾ ਸ਼ਾਹੋ ਹੈ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ ਹੈ ਸੱਚਾ ਸ਼ਾਹ ਹੈ, ਸੱਚਾ ਵਣਜਾਰਾ, ਸੱਚਾ ਮਾਲਕ ਹੈ। ਇੱਥੇ ਦੁੱਖ ਲੈ ਕੇ ਆ ਤੇ ਸਤਿਗੁਰ ਮਹਾਰਾਜ ਸੁੱਖ ਦੇ ਕੇ ਤੋਰ ਦਿੰਦੇ ਆ, ਸੁੱਖ ਦਿੰਦੇ ਆ। ਬਸ਼ਰਤ ਸਤਿਗੁਰ ਮਹਾਰਾਜ ਕਹਿੰਦੇ ਨੇ, ਗਾਵੀਐ ਸੁਣੀਐ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਸੁੱਖ ਚਾਹੀਦੇ ਨੇ। ਸਤਿਗੁਰ ਮਹਾਰਾਜ ਕਹਿੰਦੇ ਨੇ, ਰੱਬ ਦੀ ਵਡਿਆਈ ਗਾਇਆ ਕਰ, ਬੋਲਿਆ ਕਰ ਮੂੰਹ ਦੇ ਉੱਤੋਂ।
ਸੁਣਿਆ ਕਰ ਧਿਆਨ ਲਾ ਕਰਕੇ ਤੇ ਉਹਨੂੰ ਹਿਰਦੇ ਵਿੱਚ ਵਸਾਉਣਾ ਕਰ। ਸਤਿਗੁਰ ਮਹਾਰਾਜ ਬਖਸ਼ਿਸ਼ ਕਰਨ ਅੱਜ ਦੀਆਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਆਪ ਸੰਗਤ ਅਸੀਸ ਬਖਸ਼ੋ, ਮਨ ਬਿਰਤੀਆਂ ਕਰੋ ਇਕਾਗਰ, ਅਦਬ ਪਿਆਰ ਸਤਿਕਾਰ ਸਹਿਤ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਓ। ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਾਰੇ ਕਰੋ ਜੀ ਕਿਰਪਾ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਭੈਰੋ ਮਹੱਲਾ ਪੰਜਵਾ। ਇਹ ਲੜੀਵਾਰ ਬਾਣੀ ਦੇ ਰਾਗ ਭੈਰੋ ਦੇ ਵਿੱਚੋਂ ਪੰਜਵੇਂ ਗੁਰੂਦੇਵ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਸ਼੍ਰੀ ਮੁਖਵਾਕ ਤੋਂ ਉਚਾਰਨ ਕੀਤੇ ਹੋਏ ਬਚਨ ਨੇ। ਇੱਕ ਸ਼੍ਰੀ ਮੁਖਵਾਕ ਬਚਨ ਹੁੰਦੇ ਨੇ, ਕੁਝ ਬਚਨ ਐਸੇ ਵੀ ਹੁੰਦੇ ਨੇ ਜਿਹੜੇ ਉਚਾਰਨ ਤਾਂ ਹੋਏ ਹੁੰਦੇ ਨੇ ਪਰ ਉਹਦੇ ਪਿੱਛੇ ਇੱਕ ਸ਼ੱਕ ਸ਼ੁਬਾ ਮਨ ਦੇ ਵਿੱਚ ਪੈਦਾ ਹੋ ਜਾਂਦਾ ਹੈ ਕਿ ਸ਼ਾਇਦ ਹੋ ਸਕਦਾ ਹੈ ਕਿ ਇਹ ਉਚਾਰਨ ਕਰਨ ਵਾਲੇ ਦੇ ਹਨ ਵੀ ਕਿ ਨਹੀਂ ਹੈ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਕੁਝ ਬਚਨ ਜਦੋਂ ਕੋਈ ਰਹਿਬਰ ਦੁਨੀਆ ਦੇ ਉੱਤੇ ਆਉਂਦਾ ਹੈ ਤੇ ਉਹ ਉਚਾਰਨ ਕਰਕੇ ਜਾਂਦਾ ਹੈ ਤੇ ਉਸ ਤੋਂ ਕਈ 100 ਸਾਲ ਬਾਅਦ, ਕਈ ਸੈਂਕੜੇ ਸਾਲਾਂ ਬਾਅਦ ਜਿਹੜੇ ਨੇ ਉਹ ਬਚਨ ਜਿਹੜੇ ਨੇ ਉਹ ਲਿਖੇ ਜਾਂਦੇ ਆ। ਤੇ ਜਦੋਂ ਉਹਨਾਂ ਦੇ ਪੈਰੋਕਾਰ, ਉਹਨਾਂ ਦੇ ਸ਼ਿਸ਼ ਚੇਲੇ ਸੇਵਕ ਜਦੋਂ ਉਹਨਾਂ ਦੇ ਬਚਨ ਲਿਖਦੇ ਆ ਤੇ ਫਿਰ ਸ਼ੱਕ ਪੈਦਾ ਹੋ ਜਾਂਦਾ ਹੈ ਕਿ ਹੋ ਸਕਦਾ ਹੈ ਕਿ ਉਸ ਵੇਲੇ ਉਹਨਾਂ ਨੇ ਆ ਬਚਨ ਨਾ ਉਚਾਰਨ ਕੀਤੇ ਹੋਣ। ਜਿਵੇਂ ਇਸਲਾਮ ਧਰਮ ਅਸੀਂ ਪੜ੍ਹਦੇ ਹਾਂ ਤੇ ਇਸਲਾਮ ਧਰਮ ਦੇ ਵਿੱਚ ਉਹਨਾਂ ਦਾ ਮੁਕੱਦਸ ਗ੍ਰੰਥ ਹੈ ਕੁਰਾਨ। ਹਜ਼ਰਤ ਮੁਹੰਮਦ ਸਾਹਿਬ ਜਿਹੜੇ ਨੇ ਇਸਲਾਮ ਧਰਮ ਦੇ ਬਾਨੀ, ਜਿਨ੍ਹਾਂ ਨੇ ਇਸਲਾਮ ਧਰਮ ਨੂੰ ਆਰੰਭ ਕੀਤਾ, ਸ਼ੁਰੂਆਤ ਹੋਈ ਜਿਨ੍ਹਾਂ ਤੋਂ, ਉਹ ਆਪ ਪੜ੍ਹੇ ਲਿਖੇ ਨਹੀਂ ਸੀ, ਬਿਲਕੁਲ ਨਹੀਂ ਸੀ ਪੜ੍ਹੇ। ਜਿਸ ਦਿਨ ਪਹਿਲੇ ਦਿਨ ਉਹਨਾਂ ਨੂੰ ਉਹ ਬਾਣੀ ਨਾਜ਼ਲ ਹੁੰਦੀ ਹੈ, ਕੁਰਾਨ ਨਾਜ਼ਲ ਹੁੰਦੀ ਹੈ, ਆਇਤ ਆਉਂਦੀ ਹੈ ਤੇ ਉਹਨਾਂ ਨੇ ਪੜ੍ਹ ਕੇ ਜਦੋਂ ਸੁਣਾਈ, ਉਹਨਾਂ ਦੀ ਘਰ ਵਾਲੀ ਸੀ ਕੋਲ ਖਦੀਜਾ, ਔਰ ਉਮਰ ਦੇ ਵਿੱਚ ਉਹ ਕਾਫੀ ਵੱਡੀ ਸੀ। ਕਹਿਣ ਲੱਗੀ, ਮੁਹੰਮਦ ਅੱਜ ਜੋ ਤੁਸੀਂ ਪੜ੍ਹ ਰਹੇ ਹੋ ਇਹ ਤੇਰੇ ਬੋਲ ਨਹੀਂ ਨੇ, ਕਿਉਂਕਿ ਤੂੰ ਤੇ ਪੜ੍ਹਿਆ ਹੀ ਨਹੀਂ। ਤੇ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਸੀ, ਹਾਂ ਖਦੀਜਾ ਸੱਚਮੁੱਚ ਇਹ ਮੇਰੇ ਬੋਲ ਨਹੀਂ, ਮੇਰੇ ਅੰਦਰੋਂ ਕੁਝ ਆਵਾਜ਼ ਆਉਂਦੀ ਪਈ, ਮੈਂ ਉਹੀ ਆਵਾਜ਼ ਬਾਹਰ ਦੱਸਦਾ ਪਿਆ। ਹਜ਼ਰਤ ਮੁਹੰਮਦ ਸਾਹਿਬ, ਉਹਨਾਂ ਨੂੰ ਖੁਦਾ ਦਾ ਹੁਕਮ ਨਾਜ਼ਲ ਹੁੰਦਾ ਹੈ ਤੇ ਉਹ ਕੁਰਾਨ ਉਚਾਰਨ ਕਰਦੇ ਨੇ, ਉਹਨਾਂ ਦੇ ਸ਼ਿਸ਼ ਉਹਨੂੰ ਯਾਦ ਕਰਦੇ ਨੇ। ਪਰ ਕੁਰਾਨ ਜਿਹੜੀ ਇਹ ਸੈਂਕੜੇ ਸਾਲਾਂ ਬਾਅਦ ਜਿਹੜੀ ਸੀ ਉਹਨੂੰ ਕਲਮਬੰਦ ਕੀਤਾ ਗਿਆ, ਉਹਨੂੰ ਸੰਪਾਦਨ ਕੀਤਾ ਗਿਆ। ਹਜ਼ਰਤ ਈਸਾ ਨੇ ਈਸਾਈ ਧਰਮ ਨੂੰ ਜਨਮ ਦਿੱਤਾ, ਈਸਾਈ ਧਰਮ ਦਾ ਜਨਮ ਉਹਨਾਂ ਤੋਂ ਹੋਇਆ। ਉਹਨਾਂ ਦੇ ਉਪਦੇਸ਼ ਜਿਹੜੇ ਸੀ ਉਹ ਬਾਈਬਲ 'ਚ ਮੰਨੇ ਜਾਂਦੇ ਨੇ, ਪਰ ਬਾਈਬਲ ਜਿਹੜੀ ਸੀ ਉਹ ਸੈਂਕੜੇ ਸਾਲਾਂ ਬਾਅਦ ਹਜ਼ਰਤ ਈਸਾ ਤੋਂ ਬਾਅਦ ਵਿੱਚ ਜਿਹੜੀ ਸੀ ਉਹ ਲਿਖੀ ਗਈ। ਤੇ ਅੱਜ ਬਾਈਬਲ ਦੇ ਉੱਪਰ ਬਹੁਤ ਸਾਰੇ ਕਿੰਤੂ ਉਹਨਾਂ ਹੀ ਮੰਨਣ ਵਾਲਿਆਂ ਵੱਲੋਂ ਕੀਤੇ ਜਾਂਦੇ ਨੇ ਕਿ ਆਹ ਵੀ ਗੱਲ ਸਹੀ ਨਹੀਂ ਹੋ ਸਕਦੀ, ਆਹ ਵੀ ਨਹੀਂ। ਇਸ ਕਰਕੇ ਸੈਂਕੜੇ ਤਬਦੀਲੀਆਂ ਜਿਹੜੀਆਂ ਨੇ ਉਹ ਬਾਈਬਲ ਦੇ ਵਿੱਚੋਂ ਹੋ ਚੁੱਕੀਆਂ ਨੇ। ਸ਼੍ਰੀ ਮੁਖਵਾਕ ਦੇ ਅਰਥ ਨੇ ਜਾਂ ਸਾਡੇ ਚੰਗੇ ਭਾਗ ਨੇ, ਅਸੀਂ ਚੰਗੇ ਭਾਗਾਂ ਵਾਲੇ ਹਾਂ ਕਿ ਸਤਿਗੁਰ ਮਹਾਰਾਜ ਨੇ ਕਿਰਪਾ ਕੀਤੀ, ਸਾਡਾ ਜਨਮ ਸਿੱਖੀ ਦੇ ਵਿੱਚ ਹੋਇਆ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹਾਂ, ਅਸੀਂ ਗੁਰੂ ਨੂੰ, ਗ੍ਰੰਥ ਨੂੰ ਗੁਰੂ ਆਖਣ ਵਾਲੇ ਹਾਂ। ਕਿਉਂ? ਕਿਉਂਕਿ ਜਿਤਨਾ ਸਤਿਗੁਰ ਮਹਾਰਾਜ ਜੀ ਨੇ ਬਾਣੀ ਦਾ ਸਮੂਹ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਸਤਿਗੁਰ ਮਹਾਰਾਜ ਜੀ ਦੇ ਸ਼੍ਰੀ ਮੁਖਵਾਕ ਨੇ। ਸ਼੍ਰੀ ਮੁਖਵਾਕ ਤੋਂ ਭਾਵ ਕਿ ਇਹ ਨਹੀਂ ਕਿ ਗੁਰੂ ਅਰਜਨ ਦੇਵ ਦਾ ਜਿਹੜਾ ਸ਼ਬਦ ਅਸੀਂ ਪੜ੍ਹਦੇ ਹਾਂ ਸਤਿਗੁਰ ਮਹਾਰਾਜ ਨੇ ਉਚਾਰਨ ਕਰਤਾ ਤੇ ਪਤਾ ਨਹੀਂ ਕਦੋਂ ਫਿਰ ਲਿਖਿਆ ਗਿਆ ਹੋਵੇਗਾ। ਨਹੀਂ, ਸਤਿਗੁਰ ਮਹਾਰਾਜ ਜੀ ਦੇ ਘਰ ਦਾ ਇਹ
ਮਰਿਆਦਾ ਸੀ ਕਿ ਸਤਿਗੁਰ ਮਹਾਰਾਜ ਜਿੰਨੀ ਵੀ ਬਾਣੀ ਜਿਸ ਸਰੀਰ ਦੇ ਵਿੱਚ ਵੀ ਉਚਾਰਨ ਕੀਤੀ ਆ, ਸਤਿਗੁਰ ਮਹਾਰਾਜ ਨਾਲ ਨਾਲ ਹੀ ਉਸ ਨੂੰ ਲਿਖਦੇ ਵੀ ਗਏ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਆਰੰਭਤਾ ਹੁੰਦੀ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜਿਸ ਵੇਲੇ ਸਤਿਗੁਰ ਮਹਾਰਾਜ ਮੱਕੇ ਗਏ ਸਨ, ਉਸ ਵੇਲੇ ਮੱਕੇ ਦੇ ਹਾਜੀਆਂ ਨੇ ਕਿਹਾ ਸੀ ਕਿ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਸਤਿਗੁਰ ਮਹਾਰਾਜ ਕੋਲ ਇੱਕ ਕਿਤਾਬ ਆਪਣਾ ਹੀ ਲਿਖਿਆ ਹੋਇਆ ਗ੍ਰੰਥ ਰਹਿੰਦਾ ਸੀ, ਜਿਹਦੇ ਵਿੱਚ ਸਤਿਗੁਰ ਮਹਾਰਾਜ ਜੀ ਨੂੰ ਜਦੋਂ ਬਾਣੀ ਆਉਣੀ, ਜਿਵੇਂ ਹਵਾਲਾ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਕਿ ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਜੈਸੀ ਮੈਂ ਆਵੀ ਖਸਮ ਕੀ ਬਾਣੀ ਤੈਸੜਾ ਕਰੀ ਗਿਆਨਵੇਂ ਲਾਲੋ। ਜਦੋਂ ਹੁਕਮ ਆਉਂਦਾ ਸੀ ਤਾਂ ਸਤਿਗੁਰ ਮਹਾਰਾਜ ਕਹਿੰਦੇ ਸੀ, ਮਰਦਾਨਿਆ ਰਬਾਬ ਛੇੜ ਕਾਈ ਸਿਫਤ ਖੁਦਾ ਦੀ ਕਰੀਏ, ਕਾਈ ਸਿਫਤ ਖੁਦਾਏ ਦੀ ਕਰੀਏ। ਜਾਂ ਅਸੀਂ ਇਹ ਕਹਿੰਦੇ ਹਾਂ ਕਿ ਮਰਦਾਨਿਆ ਰਬਾਬ ਛੇੜ ਬਾਣੀ ਆਈਏ। ਸਤਿਗੁਰ ਮਹਾਰਾਜ ਉਸ ਵੇਲੇ ਉਹ ਲਿਖਦੇ ਸੀ ਬਾਣੀ ਨੂੰ। ਅੱਜ ਜੋ ਪਾਵਨ ਸ਼੍ਰੀ ਮੁਖ ਵਾਕ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਪੜ੍ਹਿਆ, ਤੇ ਸਤਿਗੁਰ ਮਹਾਰਾਜ ਦੇਖੋ ਕਿੰਨੀ ਕਿਰਪਾ ਇਹਨਾਂ ਦੀ। ਅਸੀਂ ਜਦੋਂ ਬਾਣੀ ਪੜ੍ਹਦੇ ਹਾਂ, ਮੈਂ ਅਕਸਰ ਇਹ ਗੱਲ ਆਖ ਦਿੰਦਾ ਕਿ ਜਦੋਂ ਤੁਸੀਂ ਸੰਗਤੀ ਰੂਪ ਦੇ ਵਿੱਚ ਵੀ ਮੰਨ ਲਓ ਕਿ ਸੁਖਮਨੀ ਸਾਹਿਬ ਦਾ ਸੰਗਤ ਪਾਠ ਕਰਦੀ ਹੈ, ਬਹੁਤੀਆਂ ਭੈਣਾਂ ਸੰਗਤ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਨੇ, ਤੇ ਜਦੋਂ ਅਸੀਂ ਆਵਾਜ਼ ਬੋਲ ਕਰਕੇ ਉਸ ਪਾਠ ਨੂੰ ਕਰਦੇ ਹਾਂ ਤੇ ਆਵਾਜ਼ ਸਾਡੀ ਹੁੰਦੀ ਪਰ ਅਸੀਂ ਬੋਲਦੇ ਨਹੀਂ ਹੁੰਦੇ, ਬਚਨ ਸਾਡੇ ਨਹੀਂ ਹੁੰਦੇ। ਸਤਿਗੁਰ ਮਹਾਰਾਜ ਪਾਤਸ਼ਾਹ ਗੁਰੂ ਅਰਜਨ ਦੇਵ ਦੀ ਜੇਕਰ ਅਸੀਂ ਬਾਣੀ ਉਸ ਵੇਲੇ ਪੜ੍ਹਦੇ ਪਏ ਹਾਂ, ਆਵਾਜ਼ ਜ਼ਰੂਰ ਸਾਡੀ ਹੋ ਸਕਦੀ ਪਰ ਸਾਡੀ ਆਵਾਜ਼ ਦੇ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਆਪ ਬੋਲਦੇ ਪਏ ਨੇ। ਤੁਸੀਂ ਇੱਕ ਗੱਲ ਨੂੰ ਧਿਆਨ ਦਿਓ, ਕਈ ਇਤਿਹਾਸਿਕ ਸਥਾਨਾਂ 'ਤੇ ਖਾਸ ਕਰਕੇ ਜਿਹੜੇ ਸਾਡੇ ਤਖਤ ਸਾਹਿਬਾਨ ਨੇ, ਅਕਾਲ ਤਖਤ ਸਾਹਿਬ ਹੈ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਹੈ, ਤਖਤ ਸ਼੍ਰੀ ਹਜ਼ੂਰ ਸਾਹਿਬ ਹੈ, ਤਖਤ ਸ਼੍ਰੀ ਦਮਦਮਾ ਸਾਹਿਬ ਹੈ, ਤਖਤ ਸ਼੍ਰੀ ਹਰਿਮੰਦਰ ਸਾਹਿਬ ਹੈ, ਤਖਤਾਂ ਦੇ ਉੱਪਰ ਜਾਂ ਕੁਝ ਹੋਰ ਗੁਰੂ ਧਾਮ ਸਾਡੇ ਐਸੇ ਨੇ ਜਿੱਥੇ ਗੁਰੂ ਕੀਆਂ ਨਿਸ਼ਾਨੀਆਂ ਪਈਆਂ ਹੋਈਆਂ ਨੇ। ਕਿਸੇ ਅਸਥਾਨ 'ਤੇ ਗੁਰੂ ਕਾ ਚੋਲਾ ਹੈ, ਕਿਤੇ ਸਤਿਗੁਰ ਮਹਾਰਾਜ ਜੀ ਦਾ ਜੋੜਾ ਹੈ, ਕਿਤੇ ਸਤਿਗੁਰ ਮਹਾਰਾਜ ਜੀ ਦੀ ਦਸਤਾਰ ਹੈ, ਕਿਤੇ ਸਤਿਗੁਰ ਮਹਾਰਾਜ ਜੀ ਦਾ ਕੰਘਾ ਹੈ, ਕਿਤੇ ਸਤਿਗੁਰ ਮਹਾਰਾਜ ਜੀ ਦੇ ਸ਼ਸਤਰ ਨੇ। ਅਸੀਂ ਉਹਨਾਂ ਅਸਥਾਨਾਂ 'ਤੇ ਜਦੋਂ ਜਾਂਦੇ ਹਾਂ ਤੇ ਜਾ ਕਰਕੇ ਅਸੀਂ ਉਹ ਜੋੜਾ ਸਤਿਗੁਰ ਮਹਾਰਾਜ ਜੀ ਦਾ ਜਦੋਂ ਦੇਖਾਂਗੇ ਤੇ ਉਹਨੂੰ ਨਮਸਕਾਰ ਕਰਾਂਗੇ। ਸਤਿਗੁਰ ਮਹਾਰਾਜ ਜੀ ਦਾ ਚੋਲਾ ਦੇਖਾਂਗੇ ਤੇ ਉਹਨਾਂ ਨੂੰ ਨਮਸਕਾਰ ਕਰਾਂਗੇ, ਮੱਥਾ ਲਾਵਾਂਗੇ ਉਹਨਾਂ ਦੇ ਨਾਲ। ਮੱਥਾ ਲਾਉਣ ਤੋਂ ਭਾਵ ਸੀਸ ਝੁਕਾਵਾਂਗੇ ਉਹਨਾਂ ਦੇ ਅੱਗੇ। ਸਤਿਗੁਰ ਮਹਾਰਾਜ ਜੀ ਦੀ ਸ਼੍ਰੀ ਸਾਹਿਬ ਅਸੀਂ ਦੇਖਾਂਗੇ, ਤੀਰ ਦੇਖਾਂਗੇ ਤੇ ਸਤਿਗੁਰ ਮਹਾਰਾਜ ਜੀ ਦੇ ਤੀਰ ਨੂੰ, ਸਤਿਗੁਰ ਮਹਾਰਾਜ ਜੀ ਦੀ ਕਮਾਨ ਨੂੰ, ਸਤਿਗੁਰ ਮਹਾਰਾਜ ਜੀ ਦੀ ਸ਼੍ਰੀ ਸਾਹਿਬ ਨੂੰ ਅਸੀਂ ਮੱਥਾ ਟੇਕਾਂਗੇ, ਸੀਸ ਝੁਕਾਉਂਦੇ ਹਾਂ। ਪਰ ਕਦੀ ਕਿਸੇ ਸਿੱਖ ਦੇ ਅੰਦਰ ਇਹ ਹਿਆ ਨਹੀਂ ਹੋਇਆ ਕਿ ਗੁਰੂ ਕਾ ਜੋੜਾ ਅੱਜ ਮੈਂ ਪਹਿਨ ਕੇ ਵੇਖ ਲਵਾਂ। ਸਤਿਗੁਰ ਮਹਾਰਾਜ ਜੋੜਾ ਪੈਰਾਂ 'ਚ ਪਹਿਨਦੇ ਆ ਨਾ, ਸਤਿਗੁਰ ਮਹਾਰਾਜ ਚਰਨਾਂ 'ਚ ਜੋੜਾ ਪਹਿਨਿਆ ਤੇ ਜੋੜਾ ਹੀ ਆ, ਤੇ ਜੋੜਾ ਮੈਂ ਵੀ ਆਪਣੇ ਪੈਰਾਂ 'ਚ ਪਹਿਨ ਕੇ ਵੇਖਾਂ। ਨਹੀਂ, ਸਿੱਖ ਦੇ ਅੰਦਰ ਇੰਨੀ ਹਿੰਮਤ ਨਹੀਂ ਹੋਏਗੀ, ਹਿਆ ਹੀ ਨਹੀਂ ਹੋਏਗਾ। ਸਤਿਗੁਰ ਮਹਾਰਾਜ ਜੀ ਦਾ ਚੋਲਾ ਤਾਂ ਸਿੱਖ ਦਰਸ਼ਨ ਜ਼ਰੂਰ ਕਰੇਗਾ, ਨਮਸਕਾਰ ਤਾਂ ਜ਼ਰੂਰ ਕਰੇਗਾ, ਪਰ ਸਤਿਗੁਰ ਮਹਾਰਾਜ ਜੀ ਦੇ ਚੋਲੇ ਨੂੰ ਕੋਈ ਪਾਉਣ ਦਾ ਯਤਨ ਨਹੀਂ ਕਰਦਾ, ਕਿਉਂਕਿ ਉਹ ਸਤਿਗੁਰ ਮਹਾਰਾਜ ਦੀ ਸ਼ਰਧਾ ਤੇ ਭਾਵਨਾ ਰੱਖਣ ਵਾਲਾ ਉਹਨੂੰ ਨਮਸਕਾਰ ਕਰਦਾ। ਉਹ ਕਹਿੰਦਾ ਨਹੀਂ, ਮੇਰੇ ਅੰਦਰ ਇੰਨੀ ਤਾਕਤ ਨਹੀਂ ਕਿ ਮੈਂ ਸਤਿਗੁਰ ਮਹਾਰਾਜ ਜੀ ਦੀਆਂ ਵਰਤੀਆਂ ਹੋਈਆਂ ਵਸਤੂਆਂ ਨੂੰ ਆਪਣੇ ਸਰੀਰ ਦੇ ਉੱਤੇ ਧਾਰਨ ਕਰ ਸਕਾਂ। ਪਰ ਦੇਖੋ ਭਾਗ ਕਿੰਨੇ ਚੰਗੇ ਨੇ ਸਿੱਖ ਦੇ ਕਿ ਜਿਹੜੀ ਬਾਣੀ ਅਸੀਂ ਪੜ੍ਹਦੇ ਹਾਂ, ਜਿਤਨੀ ਵੀ ਬਾਣੀ ਅਸੀਂ ਪੜ੍ਹਦੇ ਹਾਂ, ਸੁਖਮਨੀ ਸਾਹਿਬ ਪੜ੍ਹਦੇ ਹਾਂ, ਜਪਜੀ ਜਾਪ ਸਵਈਏ ਪੜ੍ਹਦੇ ਹਾਂ, ਆਨੰਦ ਸਾਹਿਬ ਪੜ੍ਹਦੇ ਹਾਂ, ਸਹਿਜ ਪਾਠ ਕਰਦੇ ਹਾਂ, ਇੱਕ ਇੱਕ ਸ਼ਬਦ ਜਿਹੜਾ ਹੈ ਨਾ ਜੀ, ਉਹ ਸਤਿਗੁਰ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਉਚਾਰਨ ਕੀਤਾ ਹੈ। ਸਤਿਗੁਰ ਮਹਾਰਾਜ ਜੀ ਦੇ ਉਹ ਬਚਨ ਨੇ, ਖੁਦ ਦੇ ਬਚਨ ਨੇ, ਨਿੱਜ ਬਚਨ ਨੇ, ਸਤਿਗੁਰ ਮਹਾਰਾਜ ਜੀ ਦੇ ਸ਼੍ਰੀ ਮੁਖ ਵਾਕ ਤੋਂ ਉਚਾਰਨ ਕੀਤੇ ਹੋਏ ਬਚਨ ਆ। ਪਰ ਸਤਿਗੁਰ ਮਹਾਰਾਜ ਨੇ ਕਿਤੇ ਨਹੀਂ ਸੀ ਕਿਹਾ ਕਿ ਮੈਂ ਇਸ ਤਰ੍ਹਾਂ ਬੋਲਿਆ ਹੈ, ਮੈਂ ਇਹ ਬਚਨ ਕਹੇ ਨੇ ਤੇ ਤੂੰ ਵੀ ਨਹੀਂ ਇਹ ਕਹਿ ਸਕਦਾ। ਸਤਿਗੁਰ ਮਹਾਰਾਜ ਕਹਿੰਦੇ ਹਾਂ ਬਿਲਕੁਲ, ਜਿਵੇਂ ਮੈਂ ਪੜ੍ਹੇ ਨੇ ਉਸੇ ਤਰ੍ਹਾਂ ਤੂੰ ਵੀ ਪੜ੍ਹ ਸਕਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਅੱਜ ਕਿਰਪਾ ਕਰਦੇ ਨੇ। ਸਤਿਗੁਰ ਮਹਾਰਾਜ ਕਹਿੰਦੇ ਨੇ, ਮੋਹੇ ਦੁਹਾਗਨ ਆਪ ਸਿੰਗਾਰੀ। ਹਿੰਦੀ ਦਾ ਇੱਕ ਸ਼ਬਦ ਆ ਦੁਰਭਾਗਨ, ਦੁਰਭਾਗ, ਦੁਰਭਾਗ, ਦੁਰਭਾਗਨ
जिंदे भाग चंगे नहीं ने। दुहागन शब्द जिहड़ा है दुर्भागन शब्द तो बनता है। सतगुरु महाराज जी देखो एक होर सतगुरु महाराज किरपा जो बाणी च करते हैं ना, जो कोई उपदेश देना होंदा है ना, तो कोई नीवा करके भी उपदेश देना आवे तो सतगुरु महाराज उत्थे अपनी उदाहरण देंगे, उत्थे सतगुरु महाराज अपने आप को रखणगे। ये उत्तम बख्ते के गुण होंदे ने कि किसी दूसरे को उपदेश देना हो तो पहलों अपने बारे गल की जाती। इत्थे सतगुरु महाराज कहते हैं मोहे दुहागन मैं भागां तो हीनी, मेरे मैं माड़े भागां वाली। हुण गुरु अर्जन देव महाराज थोड़ी माड़े भागां वाले हो सकते हैं, वो तो आप नारायण कला धार ने ना, वो तो तैं जन्मत गुरमत ब्रह्म पछाणे। उन्होंने तो गुरु अमरदास महाराज पातशाह जी जन्म तो ही बचपन तो ही कहते ने कि ये तो पुरख बड़ा भारी है, ये तो बाणी का बोहता है। तो सतगुरु महाराज कहते ने मोहे दुहागन मैं भागां तो ही नहीं, पर कहते ने वेखो किन्नी किरपा अकाल पुरख ने की कि आप शिंगारी। मैनू नहीं सी आउंदा शिंगार करना, मैनू नहीं सी आउंदा कि मैं अपने मालिक नूं अपने पति नूं खुश कर सकदी, मैनू नहीं सी आउंदा। पर सतगुरु महाराज कहते ने देखो मेरे मालिक ने मेरे पति ने इन्नी कृपा की आ कि उन्हें आप शिंगारी, मेरा शिंगार भी उसने आप किया है, मैनू आप उन्हें सजाया, मैनू आप शिंगार किया। तो शिंगार की किया सतगुरु महाराज कहते ने रूप रंग दे नाम सवारी। सतगुरु महाराज कहते ने मैनू ने सवारिया। गुरु रामदास महाराज बारे जो असी रामकली की वार पढ़ते हैं सत्ते बलवंड बाबा जी की, उन्हें कहते हैं धन धन रामदास गुर जिन सिरिया तिने सवारिया। हे धन गुरु रामदास महाराज जिन्हें तेनू बनाया उन्हें ही तेरा शिंगार किया, उन्हें ही तेनू आप सवारिया है। सतगुरु महाराज पातशाह जी कहते हैं रूप रंग दे नाम सवारी। नाम नाम अम्मे अखर नूं लावां लगी हुई है, सिहारी लगी हुई है। सिहारी दे अखर हुंदे नाम दे राही। जदों गुरु दे कोल आए, जदों पति परमात्मा मालक शौह दे कोल असीं आउने आ ते सतगुरु महाराज जी कहते ने फिर वो मालक नाम की दात दिंदा है ते नाम की दात दे नाल अंदर शुभ गुण पैदा होंदे ने। ये असल च है कि रूप रंग दे नाम सवारी। वाहिगुरु ने कृपा करके सोना रूप रंग दे दिता, भाव के नाम की दात दी है। मिट्यो दुख अर सगल संताप। कहते ने जिन्हां दे करके मैं दुहागन बनी सी जां जेड़े कम्मां करके मेरे माड़े भाग बने सी, वो की सी, वो मेरे अंदर बैठे हुए दुख सन, मेरे अंदर बैठे हुए कलेश सन। तो सतगुरु महाराज पातशाह जी कहते ने कि वो मालिक ने एक मेहर की निगाह की, जां की दृष्ट दुख डेरा टहै कि मेहर की निगाह दे नाल उन्हें अंदरों मिट्यो दुख अर सगल संताप। अंदर जिहड़े संताप अंदर जिहड़े दुख वसदे पे सन, कहते ने मालिक ने जो शिंगार करना शुरू किया तो सब तो पहलों उन्हें अंदरों बुराइयां कर दित्तियां, विचों मार कड्डियां बुराइयां। गुरु कृपा करता है ना जिस वेले जी, जदों ये पर कृपा उदों होंदी है जो असी पूरी तरह गुरु दे हो जाते हैं, समर्पण हो जाते हैं। असी कहने सतगुरु महाराज कि तू कृपा की तां इस तरह हो सकता है। गुरु गोबिंद सिंह महाराज पातशाह जी, सतगुरु महाराज पातशाह जी दरिया के कंढे के उत्ते टहलते पे ने। सतगुरु महाराज जी के हाथ में एक छोटा जिहा पत्थर है, तो गुरु गोबिंद सिंह महाराज पातशाह जी उस पत्थर को कभी सज्जे हथ च फड़ते हैं तो कभी खब्बे हथ च फड़ते आ। अचानक सतगुरु महाराज जी के हाथ में वो पत्थर डिगदा तो पानी के विच डिग्या तो पानी च डुब गया। सतगुरु महाराज जी ने सिखा नूं सवाल किया उस वेले कि यह पत्थर पानी च डिग्या तो डुब क्यों गया। हुण सियाणप हुंदी असीं अपने दिमाग के घोड़े भजाने शुरू करते हैं कि असीं शायद सियाणे बन जाइए गुरु के सामने। किसी ने कहा जी महाराज ये पत्थर का सुभाव होंदा है कि पानी दे विच डुब जाता है, भारा होंदा है। किसी ने कहा महाराज पानी का सुभाव होंदा है कि हौली चीज़ नूं उतार दिंदा है ते भारी नूं डोब दिंदा है। हुण जिहड़े तां भावना वाले ने, जिहड़े सचमुच गुरु नूं समर्पण हो जाते हैं, गुरु दे बन जाते हैं, तो सतगुरु अंदरों मिट्टिओ दुख सगल संताप, उन्हां दे दुख मेटदे आ।
ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਪ ਸ਼ਿੰਗਾਰੀ, ਜਿਨ੍ਹਾਂ ਦਾ ਸ਼ਿੰਗਾਰ ਆਪ ਕਰ ਦਿੰਦੇ ਆ, ਜਿਨ੍ਹਾਂ ਨੂੰ ਸਵਾਰ ਦਿੰਦੇ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਲਾਗੇ ਖੜੇ ਨੇ ਭਾਈ ਨੰਦ ਲਾਲ ਸਾਹਿਬ ਜੀ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਨੰਦ ਲਾਲ, ਇਹ ਪੱਥਰ ਪਾਣੀ 'ਚ ਡਿੱਗਿਆ ਤੇ ਡੁੱਬ ਕਿਉਂ ਗਿਆ? ਭਾਈ ਨੰਦ ਲਾਲ ਸਾਹਿਬ ਜੀ ਨੇ ਹੱਥ ਜੋੜੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ, ਕਹਿਣ ਲੱਗੇ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ, ਮੈਨੂੰ ਇੰਨਾ ਤਾਂ ਪਤਾ ਨਹੀਂ ਕਿ ਪੱਥਰ ਭਾਰਾ ਹੁੰਦਾ ਹੈ ਕਿ ਪਾਣੀ ਦਾ ਸੁਭਾਅ ਹੈ ਕਿ ਡੋਬ ਦਿੰਦਾ ਹੈ, ਪਰ ਇੱਕ ਗੱਲ ਜ਼ਰੂਰ ਸਮਝ ਦੇ ਵਿੱਚ ਮੈਨੂੰ ਅੱਜ ਆਈ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਹ ਕੀ ਗੱਲ ਨੰਦ ਲਾਲ, ਦੱਸਣਾ ਕਰ। ਕਹਿਣ ਲੱਗਾ, ਸਤਿਗੁਰੂ ਮਹਾਰਾਜ, ਇਹ ਪੱਥਰ ਵੀ ਉਨੀ ਕੁ ਦੇਰ ਤੱਕ ਤਰਦਾ ਪਿਆ ਹੈ ਜਿੰਨੀ ਕੁ ਦੇਰ ਤੱਕ ਤੁਹਾਡੇ ਹੱਥਾਂ ਵਿੱਚ ਆ। ਜਿਹੜਾ ਭਾਵੇਂ ਪੱਥਰ ਹੋਵੇ ਤੇ ਭਾਵੇਂ ਉਹ ਲੱਕੜ ਵਾਂਗੂ ਹੌਲਾ ਹੋਵੇ, ਕਾਗਜ਼ ਵਾਂਗੂ ਹੌਲਾ ਹੋਵੇ, ਜਿਹੜਾ ਖਸਮ ਮਾਲਕ ਦੇ ਹੱਥਾਂ ਵਿੱਚੋਂ ਨਿਕਲ ਜਾਂਦਾ ਹੈ ਉਹ ਅੱਜ ਵੀ ਡੁੱਬ ਜਾਏਗਾ ਤੇ ਉਹ ਕੱਲ੍ਹ ਨੂੰ ਵੀ ਡੁੱਬ ਜਾਏਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਗੁਰ ਹੋਏ ਮੇਰੇ ਮਾਈ ਬਾਪ, ਸਤਿਗੁਰੂ ਨੇ ਆਪ ਕਿਰਪਾ ਕੀਤੀ, ਸਾਨੂੰ ਇਸ ਤਰ੍ਹਾਂ ਸਾਡੀ ਸੰਭਾਲ ਕਰਨਾ ਕੀਤੀ ਹੈ ਕਿ ਜਿਵੇਂ ਮਾਂ ਬੱਚੇ ਦੀ ਸੰਭਾਲ ਕਰਦੀ ਹੈ। ਮੇਰੀਆਂ ਮਾਤਾਵਾਂ ਭੈਣਾਂ ਬੈਠੀਆਂ ਨੇ, ਦੇਖੋ ਬੱਚੇ ਨੂੰ ਭੁੱਖ ਨਾ ਵੀ ਲੱਗੀ ਹੋਵੇ ਤੇ ਮਾਂ ਆਪ ਪਿੱਛੇ ਪਿੱਛੇ ਦੌੜਦੀ ਹੈ ਕਿ ਕਿਤੇ ਬੱਚਾ ਮੇਰਾ ਭੁੱਖਾ ਨਾ ਰਹਿ ਜੇ। ਇੱਥੋਂ ਤੱਕ ਕਿ ਜਦੋਂ ਬੱਚਾ ਅਜੇ ਮੰਗਣਾ ਵੀ ਨਹੀਂ ਜਾਣਦਾ ਕਿ ਮੈਨੂੰ ਭੁੱਖ ਲੱਗੀ ਏ, ਤੇ ਖੇਡਦੇ ਹੋਏ ਨੂੰ ਵੀ ਇੱਕ ਵਿਦਵਾਨ ਨੇ ਬੜੀ ਸੋਹਣੀ ਉਦਾਹਰਨ ਦਿੱਤੀ। ਕਹਿੰਦੇ, ਬੱਚਾ ਨਾ ਖੇਡਦਾ ਪਿਆ ਸੀ ਪੰਘੂੜੇ ਦੇ ਵਿੱਚ ਲੇਟਿਆ ਹੀ ਖੇਡੀ ਜਾਵੇ, ਮਾਂ ਆਈ, ਉਹਨੇ ਆਉਂਦਿਆਂ ਸਾਰ ਬੱਚੇ ਨੇ ਚੁੱਕਿਆ ਤੇ ਉਹਨੂੰ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ। ਕਿਸੇ ਸਿਆਣੇ ਨੇ ਲਾਗੇ ਬੈਠਿਆਂ ਪੁੱਛਿਆ, ਕਹਿਣ ਲੱਗੇ, ਬੱਚਾ ਚੰਗਾ ਭਲਾ ਤਾਂ ਖੇਡਦਾ ਸੀ ਤੇ ਇਹਨੂੰ ਖੇਡ ਲੈਣ ਦੇਣਾ ਸੀ, ਇਹਨੇ ਕਿਹੜਿਆ ਜੇ ਦੁੱਧ ਮੰਗਿਆ, ਜਾਂ ਇਹਨੂੰ ਕਿਹੜੀ ਅਜੇ ਭੁੱਖ ਲੱਗੀ, ਇਹ ਰੋਇਆ ਥੋੜ੍ਹੀ ਹੈ। ਉਹ ਕਹਿੰਦੀ, ਸੱਚ ਕਰਕੇ ਜਾਣਾ ਹੀ ਕਿ ਮਾਂ ਨੂੰ ਪਰਮਾਤਮਾ ਨੇ ਬਣਾਇਆ ਇਸ ਤਰ੍ਹਾਂ ਹੈ ਕਿ ਬੱਚੇ ਨੂੰ ਭੁੱਖ ਲੱਗੀ ਹੈ ਤੇ ਮਾਂ ਦੇ ਸੀਨੇ ਦੇ ਅੰਦਰ ਦੁੱਧ ਆਪਣੇ ਆਪ ਵਗਣਾ ਸ਼ੁਰੂ ਹੋ ਜਾਂਦਾ ਹੈ। ਮਾਂ ਨੂੰ ਪਹਿਲੋਂ ਪਤਾ ਲੱਗ ਜਾਂਦਾ ਹੈ ਕਿ ਮੇਰਾ ਬੱਚਾ ਭੁੱਖਾ ਹੈ। ਕਹਿੰਦੇ, ਉਹ ਤਾਂ ਰੋਇਆ ਨਹੀਂ। ਕਹਿੰਦੇ, ਉਹ ਨਹੀਂ ਰੋਇਆ, ਪਰ ਮੇਰੀ ਮਮਤਾ ਨੇ ਆਵਾਜ਼ ਦੇ ਕੇ ਕਿਹਾ ਸੀ ਕਿ ਤੇਰੇ ਬੱਚੇ ਨੂੰ ਭੁੱਖ ਲੱਗੀ, ਮੈਂ ਤਾਂ ਆ ਕੇ ਇਹਨੂੰ ਚੁੱਕ ਕੇ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਗੁਰ ਹੋਏ ਮੇਰੇ ਮਾਈ ਬਾਪ। ਗੁਰੂ ਜਿਹੜਾ ਹੈ ਨਾ ਜੀ, ਸਾਡਾ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਤਿਗੁਰੂ ਮਹਾਰਾਜ ਕਹਿੰਦੇ, ਇਹ ਸਾਡੀ ਮਾਂ ਹੈ, ਇਹ ਸਾਡਾ ਪਿਤਾ ਹੈ। ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਡੀ ਆਹ ਲੋੜ ਹੈ, ਸਾਡਾ ਆਹ ਕਾਰਜ ਰਹਿੰਦਾ ਹੈ। ਕਹਿੰਦੇ, ਗੁਰੂ ਇੰਨੀ ਕਿਰਪਾ ਕਰ ਦਿੰਦਾ ਹੈ ਕਿ ਉਹਨੂੰ ਆਪਣੇ ਆਪ ਹੀ ਪੂਰਾ ਕਰ ਦਿੰਦਾ ਹੈ। ਸੰਤਾਂ ਕੇ ਕਾਰਜ ਆਪ ਖਲੋਇਆ ਹਰ, ਕੰਮ ਕਰਾਵਨ ਆਇਆ ਰਾਮ। ਕਹਿੰਦੇ, ਉਹ ਆਪ ਹੀ ਅਚਿੰਤ ਕੰਮ ਕਰੇ ਹਰ ਤਿਨ ਕੇ ਜਿਨ ਹਰ ਨਾਮ। ਜਿਨ੍ਹਾਂ ਦੇ ਮਨ ਦਾ ਆਸਰਾ ਨਾਮ ਬਣ ਜਾਂਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਚਨਚੇਤ, ਅਚਾਨਕ, ਪਤਾ ਵੀ ਨਹੀਂ ਹੁੰਦਾ ਕਿ ਆਹ ਕੰਮ ਹੋਣਾ ਹੈ ਕਿ ਨਹੀਂ ਹੋਣਾ। ਸਤਿਗੁਰੂ ਮਹਾਰਾਜ ਆਪ ਮਾਂ ਤੇ ਪਿਤਾ ਬਣ ਕਰਕੇ ਸਤਿਗੁਰੂ ਮਹਾਰਾਜ ਉਹ ਕਿਰਪਾ ਕਰਦੇ ਨੇ। ਸਖੀ ਸਹੇਰੀ ਮੇਰਾ ਗ੍ਰਸਤ ਆਨੰਦ। ਸਖੀ ਸਹੇਰੀ, ਜਿਵੇਂ ਇੱਕ ਇਸਤਰੀ, ਇੱਕ ਜਵਾਨ ਕੰਨਿਆ ਜਿਹੜੀ ਆ, ਉਹ ਆਪਣੀਆਂ ਸਹੇਲੀਆਂ ਨੂੰ ਦੱਸਦੀ ਹੈ ਕਿ ਹੇ ਮੇਰੀ ਸਹੇਲੀਓ, ਸਾਡੇ ਘਰ ਦੇ ਵਿੱਚ ਬੜਾ ਸੁੱਖ ਹੈ, ਸਾਡੇ ਘਰ ਦੇ ਵਿੱਚ ਹੁਣ ਦੁੱਖ ਨਹੀਂ, ਕਲੇਸ਼ ਨਹੀਂ, ਹੁਣ ਸੁੱਖ ਹੀ ਸੁੱਖ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਸੇ ਤਰ੍ਹਾਂ ਜਦੋਂ ਸੰਗਤ ਦੇ ਵਿੱਚ ਅਸੀਂ ਬੈਠਦੇ ਹਾਂ ਤੇ ਸੰਗਤ ਜਿੱਤਨੇ ਅਸੀਂ ਬੈਠੇ ਹੁੰਦੇ ਹਾਂ, ਇਹ ਅਸੀਂ ਸਤ ਸੰਗਤ ਰੂਪੀ ਸਹੇਲੀਆਂ ਵਾਂ। ਭਾਵੇਂ ਪੁਰਸ਼ ਵੀ ਬੈਠੇ ਹਾਂ, ਸਤਿਗੁਰੂ ਮਹਾਰਾਜ ਨੇ ਸ਼ਬਦ ਇੱਕੋ ਹੀ ਵਰਤਿਆ ਕਿ ਸਹੇਲੀਆਂ ਵਾਂ ਜੀ ਅਸੀਂ, ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਪੁਰਖ ਇੱਕੋ ਹੀ ਆ, ਉਹ ਆ ਅਕਾਲ। ਹੁਣ ਇੱਕ ਅੰਦਰ ਸ਼ਬਦ ਹੀ ਚੱਲਦਾ ਰਹਿੰਦਾ ਹੈ, ਅੰਦਰ ਇੱਕ ਰਸ ਉਹ ਵਰਤਦਾ ਰਹਿੰਦਾ ਹੈ। ਤੇ ਕਹਿੰਦੇ, ਤੈਨੂੰ ਕਿਵੇਂ ਮਿਲਿਆ? ਦੂਜੀ ਨੇ ਸਵਾਲ ਕੀਤਾ ਜੀ। ਹੁਣ ਦੇਖੋ, ਦੋ ਜਾਣੀਆਂ ਗੱਲਾਂ ਕਰਦੀਆਂ ਹੋਣ ਇਸਤਰੀਆਂ, ਇੱਕ ਕਹਿੰਦੀ ਮੇਰੇ ਘਰ ਦੇ ਵਿੱਚ ਬੜਾ ਸੁੱਖ ਹੈ, ਬੜੀ ਕਿਰਪਾ ਹੋ ਗਈ, ਹੁਣ ਤਾਂ ਲੱਗਦਾ ਹੀ ਨਹੀਂ ਕਿ ਦੁੱਖ ਕਿਤੇ ਹੋਵੇ। ਦੂਜੀ ਕਹਿੰਦੀ ਹੈ ਕਿ ਨਹੀਂ, ਦੱਸ ਤੈਨੂੰ ਕਿੱਦਾਂ ਮਿਲਿਆ ਇਹ ਸੁੱਖ, ਕਿਵੇਂ ਤੈਨੂੰ ਪ੍ਰਾਪਤ ਹੋਇਆ? ਮੈਂ ਵੀ ਤਾਂ ਰੋਜ਼ ਆ ਕੇ ਬੈਠਦੀ ਗੁਰਦੁਆਰੇ, ਮੈਂ ਵੀ ਤਾਂ ਸਤ ਸੰਗਤ ਕਰਦੀ, ਮੈਂ ਵੀ ਕੀਤੀ। ਕਰ ਕਿਰਪਾ ਭੇਟੇ ਮੋਹੇ ਕੰਤ। ਭੇਟੇ ਦਾ ਮਤਲਬ ਹੈ ਮਿਲ ਜਾਣਾ, ਸਾਹਮਣੇ ਦਿਖ ਪੈਣਾ ਜੀ। ਅਸੀਂ ਕਹਿੰਦੇ ਹਾਂ ਨਾ, ਰੱਬ ਦਿਖਦਾ ਹੀ ਨਹੀਂ ਜੀ, ਰੱਬ ਮਿਲਦਾ ਨਹੀਂ, ਪਤਾ ਨਹੀਂ। ਹੁਣ ਜਿਹੜੇ ਤਾਂ ਨਾਸਤਿਕ ਬਿਰਤੀ ਵਾਲੇ ਲੋਕ, ਉਹ ਕਹਿੰਦੇ ਜੀ ਸਾਰਾ ਕੁਛ ਹੀ ਕੁਦਰਤ ਹੈਗੀ ਹੈ, ਕੁਦਰਤ ਤੋਂ ਸਿਵਾ ਹੋਰ ਕੁਝ ਵੀ ਨਹੀਂ ਹੈ, ਰੱਬ ਹੀ ਕੁਦਰਤ ਹੈ।
ਪਰ ਬਾਣੀ 'ਚੋਂ ਅਜਿਹੇ ਬਹੁਤ ਸਾਰੇ ਸ਼ਬਦ ਨੇ ਜਿਨ੍ਹਾਂ ਵਿੱਚ ਉਹ ਇਵੇਂ ਲੱਗਦਾ ਪਿਆ ਕਿ ਸਾਹਮਣੇ ਬੈਠੇ ਗੁਰੂ ਦੇ ਨਾਲ, ਅਕਾਲ ਪੁਰਖ ਦੇ ਨਾਲ ਇੱਕ ਦੂਜੇ ਦੇ ਨਾਲ ਸਾਹਮਣੇ ਗੱਲਾਂ ਕਰਦੇ ਹੋਣ। ਭਗਤ ਨਾਮਦੇਵ ਜੀ ਦਾ ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ, ਭਗਤ ਨਾਮਦੇਵ ਜੀ ਕਹਿੰਦੇ ਨੇ, ਜਦੋਂ ਮੈਂ ਪ੍ਰਮਾਤਮਾ ਦੇ ਦਰ ਦੇ ਉੱਤੇ ਜਾਂਦਾ ਤੇ ਮਾਲਕ ਮੈਨੂੰ ਪੁੱਛਦਾ ਹੈ ਕਿ ਤੂੰ ਕੌਣ ਰੇ, ਤੇ ਮੈਂ ਕਹਿੰਦਾ ਮੈਂ ਜੀ ਨਾਮਾ ਮੈਂ ਨਾਮਦੇਵ ਹਾਂ। ਤੇ ਕਹਿੰਦੇ ਹੋ ਜੀ ਕਿਉਂ ਆਇਆ, ਕੀ ਗੱਲ ਏ? ਤੇ ਕਹਿੰਦੇ ਆਲਾ ਤੇ ਨਿਵਾਰਨਾ ਜਮ ਕਰਨਾ, ਮੇਰੇ ਮਾਲਕਾ ਮੈਂ ਤੇਰੇ ਬੂਹੇ ਦੇ ਉੱਤੇ ਆ ਕੇ ਤਾਂ ਖਲੋਤਾ ਹੈ ਕਿ ਮੇਰੇ ਮਨ ਦੇ ਵਿੱਚ ਨਾ ਜਮਾਂ ਦਾ ਦੁੱਖ ਮੈਨੂੰ ਲੱਗਦਾ ਹੈ, ਕਿਰਪਾ ਕਰ ਸਤਿਗੁਰੂ ਮਹਾਰਾਜ ਹੀ ਅਕਾਲ ਪੁਰਖ ਮੇਰਾ ਜਮਾਂ ਦਾ ਦੁੱਖ ਦੂਰ ਕਰ ਦੇ। ਜਾਂ ਭਗਤ ਕਬੀਰ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ ਅਸੀਂ ਕਿ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਕਹਿੰਦੇ ਇਹ ਇਸ ਤਰ੍ਹਾਂ ਦਾ ਆਪਣਾ ਅੰਦਰ ਸੁਭਾਅ ਬਣਾ ਕੇ ਲੈ ਕੇ ਜਾ ਕੇ ਜਦੋਂ ਤੂੰ ਦਰ ਦੇ ਉੱਤੇ ਜਾਏ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੈਨੂੰ ਇਹ ਨਾ ਪੁੱਛਣਾ ਪਵੇ ਮਾਲਕ ਨੂੰ ਕਿ ਤੂੰ ਕੌਣ ਹੈ, ਤੈਨੂੰ ਆਪਣਾ ਬਣ ਕੇ ਹੁੰਦਾ ਜਾ। ਜੇ ਅਕਾਲ ਪੁਰਖ ਦੇ ਪ੍ਰਤੱਖ ਦਰਸ਼ਨ ਨੇ ਨਾ ਤੇ ਤਾਂ ਹੀ ਤਾਂ ਭਗਤ ਸਾਹਿਬ ਜੀ ਕਹਿੰਦੇ ਨੇ ਕਿ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ। ਹੁਣ ਦੇਖੋ ਪਗੜੀ ਤਾਂ ਦਿਸਦੀ ਹੋਏਗੀ ਤੇ ਤਾਂ ਹੀ ਕਹੀ ਆ ਨਾ ਭਗਤ ਜੀ ਨੇ, ਜੇ ਬਚਨ ਉਹਨਾਂ ਦੇ ਸੁਣਦੇ ਪਏ ਨੇ ਮਾਲਕ ਦੇ, ਅਕਾਲ ਪੁਰਖ ਦੇ, ਤੇ ਤਾਂ ਹੀ ਤਾਂ ਭਗਤ ਜੀ ਕਹਿੰਦੇ ਨੇ ਕਿ ਮਿੱਠੇ ਤੇਰੇ ਬੋਲ। ਜਿਹੜੀ ਚੀਜ਼ ਸੁਣੀ ਨਹੀਂ ਉਹਨੂੰ ਕਿਵੇਂ ਮਿੱਠਾ ਕਹਿ ਸਕਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਭੇਟੇ ਮੋਹੇ ਕੰਤ, ਕਹਿੰਦੇ ਨੇ ਭੇਟੇ ਮੈਨੂੰ ਪ੍ਰਤੱਖ ਮਿਲ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਪ੍ਰਤੱਖ ਰੂਪ ਦੇ ਵਿੱਚ ਮਾਲਕ ਮਿਲਿਆ ਤੇ ਕਹਿੰਦੇ ਧੰਨਾ ਵੱਡੇ ਭਾਗਾਂ ਵਾਲਾ ਹੋ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਮਾਲਕ ਨੇ, ਕੰਤ ਨੇ, ਖਸਮ ਨੇ, ਪਤੀ ਨੇ ਆਪ ਕਿਰਪਾ ਕੀਤੀ ਆ, ਆਪ ਮੈਨੂੰ ਮਿਲਣਾ ਕੀਤਾ ਹੈ। ਰਹਾਓ ਵਿਸ਼ਰਾਮ ਦਿੰਦੇ ਹੋਏ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਤਪਤ ਬੁਝੀ ਪੂਰਨ ਸਭ ਆਸਾ, ਤਪਤ ਹੁੰਦੀ ਅੰਦਰ ਦੀ ਤ੍ਰਿਸ਼ਨਾ ਸਾਨੂੰ ਅੰਦਰੋਂ ਸਾੜਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਗੁਰੂ ਨੇ ਨਾਮ ਰੂਪੀ ਬੂੰਦਾਂ ਅੰਦਰ ਪਾਈਆਂ ਨਾ ਜੀ, ਨਾਮ ਰੂਪੀ ਜਲ ਅੰਦਰ ਪਿਆ ਤੇ ਸਤਿਗੁਰੂ ਕਹਿੰਦੇ ਨੇ ਤਪਤ ਬੁਝੀ, ਫਿਰ ਅੰਦਰ ਦੀ ਉਹ ਜਿਹੜਾ ਅੰਦਰ ਸੜਦਾ ਬਲਦਾ ਪਿਆ ਸੀ ਉਹ ਬੁਝ ਗਿਆ, ਠੰਡਾ ਹੋ ਗਿਆ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪੂਰਨ ਸਭ ਆਸਾਂ, ਅੰਦਰ ਦੀਆਂ ਆਸਾਂ ਸਤਿਗੁਰੂ ਮਹਾਰਾਜ ਜੀ ਨੇ ਪੂਰਨ ਕਰ ਦਿੱਤੀਆਂ। ਹੁਣ ਸਭ ਤੋਂ ਵੱਡੀ ਆਸ ਜਿਹੜੀ ਸੀ ਨਾ ਕਿ ਰੱਬ ਨਾਲ ਮਿਲਣਾ, ਉਹ ਵੀ ਪੂਰਨ ਹੋ ਗਈ। ਮਿਟੇ ਅੰਧੇਰ ਭਏ ਪ੍ਰਗਾਸਾ, ਪ੍ਰਗਾਸਾ ਦੇ ਅਰਥ ਹੁੰਦੇ ਨੇ ਪ੍ਰਕਾਸ਼ ਹੋ ਜਾਣਾ, ਚਾਨਣ ਹੋ ਜਾਣਾ। ਪ੍ਰਗਾਸ ਸ਼ਬਦ ਦੇ ਅਰਥ ਹੁੰਦੇ ਨੇ ਕਿ ਜਿਵੇਂ ਰਾਤ ਤੋਂ ਬਾਅਦ ਜਦੋਂ ਸੂਰਜ ਚੜ੍ਹਦਾ ਹੈ ਨਾ ਤਾਂ ਸਵੇਰ ਦੀ ਲਾਲੀ ਹੁੰਦੀ ਹੈ, ਸਵੇਰ ਦਾ, ਉਹਨੂੰ ਕਹਿੰਦੇ ਨੇ ਪ੍ਰਗਾਸ ਹੋਣਾ। ਸਤਿਗੁਰੂ ਕਹਿੰਦੇ ਨੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟਿਆ ਤੇ ਅੰਦਰ ਚਾਨਣ ਹੋਣਾ ਸ਼ੁਰੂ ਹੋ ਗਿਆ। ਨਾਮ ਜਪਤ ਕੋਟ ਸੂਰ ਉਜਿਆਰਾ, ਕਹਿੰਦੇ ਜਿਹੜਾ ਨਾਮ ਜਪਦਾ ਹੈ ਨਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਹਦੇ ਅੰਦਰ ਇੰਨਾ ਚਾਨਣ ਹੋ ਜਾਂਦਾ ਜਿਵੇਂ ਕਰੋੜਾਂ ਸੂਰਜ ਚੜ੍ਹ ਜਾਂਦੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਤ ਸੋਚੀ ਕਿ ਬਾਹਰਲਾ ਸੂਰਜ ਤੇ ਚੰਦਰਮਾ ਇੱਕ ਹੀ ਚੜ੍ਹਦਾ ਹੈ ਨਾ, ਤੇ ਸੋਚੇਗਾ ਕਿ ਸ਼ਾਇਦ ਇਹਦੇ ਨਾਲ ਅੰਦਰੋਂ ਹਨੇਰਾ ਦੂਰ ਹੋ ਜੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹੀਂ, ਬਿਲਕੁਲ ਨਹੀਂ ਹੋਣਾ। ਭਾਵੇਂ ਇੱਕ ਥਾਂ ਤੇ ਭਾਵੇਂ ਸੈਂਕੜੇ ਸੂਰਜ ਚੜ੍ਹ ਜਾਣ, ਹਜ਼ਾਰਾਂ ਚੰਦਰਮਾ ਨਿਕਲ ਆਉਣ। ਆਸਾ ਕੀ ਵਾਰ ਦੇ ਬਚਨ ਪੜ੍ਹਦੇ ਹਾਂ। ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਉੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਤੋਂ ਬਗੈਰ ਅੰਦਰੋਂ ਅਗਿਆਨਤਾ ਨਹੀਂ ਮੁੱਕਣੀ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਜਦੋਂ ਗੁਰੂ ਗਿਆਨ ਦੀ ਦਾਤ ਦਿੰਦਾ ਹੈ ਤੇ ਅਗਿਆਨਤਾ ਖਤਮ ਹੁੰਦੀ ਆ। ਸਤਿਗੁਰੂ ਕਹਿੰਦੇ ਨੇ ਅਨਹਦ ਸ਼ਬਦ ਅਚਰਜ ਵਿਸਮਾਦ। ਅਨਹਦ ਕਹਿੰਦੇ ਨੇ ਇੱਕ ਰਸ, ਜਿਹੜੇ ਅਨਾਹਦ ਨਾਦ ਜਿਹਨੂੰ ਆਖਿਆ ਜਾਂਦਾ ਹੈ, ਅੰਦਰ ਜਿਹੜੇ ਸ਼ਬਦ ਵੱਜਦੇ ਨੇ। ਜਦੋਂ ਕੋਈ ਨਾਮ ਜਪਣਾ ਸ਼ੁਰੂ ਕਰਦਾ ਹੈ ਤੇ ਉਹਦੇ ਅੰਦਰ ਨਾ ਆਪਣੇ ਆਪ ਉਹਨੂੰ ਕੋਈ ਨਾ ਕੋਈ ਸਾਜ਼ ਅੰਦਰੋਂ, ਆਵਾਜ਼ ਅੰਦਰੋਂ ਸੁਣਾਈ ਦਿੰਦੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਨਹਦ ਸ਼ਬਦ ਅਚਰਜ ਵਿਸਮਾਦ। ਤੇ ਜਦੋਂ ਅੰਦਰੋਂ ਕੋਈ ਸ਼ਬਦ ਸੁਣਾਈ ਦਿੰਦਾ ਹੈ, ਅੰਦਰੋਂ ਆਵਾਜ਼ ਆਉਣੀ ਸ਼ੁਰੂ ਹੁੰਦੀ ਹੈ ਤੇ ਉਸ ਆਵਾਜ਼ ਜਿਹੜੀ ਹੈ ਉਹ ਵਿਸਮਾਦ ਕਰ ਦਿੰਦੀ ਹੈ। ਵਿਸਮਾਦ ਕਹਿੰਦੇ ਨੇ ਹੈਰਾਨ ਕਰ ਦਿੰਦੀ ਹੈ। ਲਫ਼ਜ਼ ਮੁੱਕ ਜਾਂਦੇ ਨੇ ਕਿ ਮੈਂ ਹੁਣ ਇਹ ਕਿਵੇਂ ਇਹਨੂੰ ਐਕਸਪਲੇਨ ਕਰਾਂ, ਕਿਵੇਂ ਇਹਨੂੰ ਲੋਕਾਂ ਨੂੰ ਦੱਸਾਂ ਕਿ ਇਹ ਆਵਾਜ਼ ਕਿਵੇਂ ਦੀ ਹੈ। ਵਿਸਮਾਦ ਹੋ ਜਾਂਦਾ ਹੈ। ਇਹ ਇਵੇਂ ਦਾ ਸ਼ਬਦ ਹੁੰਦਾ ਹੈ ਕਿ ਸਿਰਫ ਜਿਵੇਂ ਗੂੰਗੇ ਨੂੰ ਗੁੜ ਖਵਾ ਦਿਓ ਤੇ ਉਹਨੂੰ ਪੁੱਛੋ ਨਾ ਕਿਵੇਂ ਦਾ ਸਵਾਦ ਹੈ, ਤੇ ਗੂੰਗਾ ਬੋਲ ਕੇ ਨਹੀਂ ਨਾ ਦੱਸ ਸਕਦਾ ਕਿ ਸਵਾਦ ਕਿਵੇਂ ਦਾ ਸੀ, ਪਰ ਉਹ ਮੁਸਕਰਾਉਂਦਾ ਜ਼ਰੂਰ ਹੈ। ਉਹਦੀ ਮੁਸਕਰਾਹਟ ਦੱਸਦੀ ਹੈ ਕਿ ਇਹਨੇ ਕੋਈ ਚੰਗੀ ਚੀਜ਼, ਸਵਾਦੀ ਚੀਜ਼ ਖਾਧੀ ਹੋਈ ਹੈ।
ਸਤਿਗੁਰ ਮਹਾਰਾਜ ਕਹਿੰਦੇ ਨੇ ਗੁਰ ਪੂਰਾ ਪੂਰਾ ਪ੍ਰਸਾਦ। ਕਹਿੰਦੇ ਨਾ ਤੇ ਗੁਰੂ ਦੇ ਵਿੱਚ ਕੋਈ ਕਮੀ ਆ ਤੇ ਨਾ ਕੋਈ ਗੁਰੂ ਦੀ ਕਿਰਪਾ ਦੇ ਵਿੱਚ ਕੋਈ ਕਮੀ ਆ। ਗੁਰ ਪੂਰਾ ਪੂਰਾ ਪ੍ਰਸਾਦ, ਪੂਰਨ ਗੁਰੂ ਹੈ ਤੇ ਪੂਰਨ ਗੁਰੂ ਤੋਂ ਹੀ ਪੂਰਨ ਪ੍ਰਸਾਦ ਭਾਵ ਕੇ ਪੂਰਨ ਕਿਰਪਾ ਮਿਲਦੀ ਹੈ। ਜਾਂ ਕੋ ਪ੍ਰਗਟ ਭਏ ਗੋਪਾਲ, ਜਾ ਕੋ ਜਿਨ੍ਹਾਂ ਦੇ ਉੱਤੇ ਆਪ ਪਰਮਾਤਮਾ ਪ੍ਰਗਟ ਹੋ ਕਰਕੇ ਉਹਨੇ ਆਪ ਕਿਰਪਾ ਕੀਤੀ ਹੈ। ਤਾ ਕੈ ਦਰਸ਼ਨ ਸਦਾ ਨਿਹਾਲ। ਫਿਰ ਕਹਿੰਦੇ ਨੇ ਉਸ ਮਾਲਕ ਦੇ ਦਰਸ਼ਨ ਕਰਨ ਕਰਕੇ, ਕਿਉਂਕਿ ਪ੍ਰਗਟ ਰੂਪ ਹੋ ਗਿਆ, ਸਾਹਮਣੇ ਪ੍ਰਤੱਖ ਦਿਖਾਈ ਦੇਣ ਲੱਗ ਪਿਆ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੇਖੋ ਪ੍ਰਗਟ ਹੋਣ ਕਰਕੇ ਜਿੰਨੇ ਵੀ ਦਰਸ਼ਨ ਮਾਲਕ ਦੇ ਕਰ ਲਏ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਨਿਹਾਲ ਹੋ ਗਿਆ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਕਿਸੇ ਸਿੱਖ ਤੇ ਬਹੁਤਾ ਸੇਵਾ ਤੋਂ ਖੁਸ਼ ਹੋ ਜਾਣਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਹੀ ਨਿਹਾਲ, ਨਿਹਾਲ ਸ਼ਬਦ ਵਰਤਦੇ ਸੀ। ਬਾਣੀ ਵਿੱਚ ਵੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਿਹਾਲ ਨਿਹਾਲ ਨਿਹਾਲ, ਨਿਹਾਲ ਹੋ ਜਾਣਾ। ਨਿਹਾਲ ਤੋਂ ਅੱਗੇ ਕੁਝ ਵੀ ਸ਼ਬਦ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸਰਬ ਗੁਨਾ ਤਾਂ ਕੈ ਬਹੁਤ ਨਿਧਾਨ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਹੇ ਮਾਲਕ ਜੀ, ਤੁਸੀਂ ਸਰਬ ਗੁਨਾ ਦੇ ਮਾਲਕ ਹੋ, ਜਿੰਦੇ ਤੇ ਤੁਸੀਂ ਕਿਰਪਾ ਕਰ ਦਿੰਦੇ ਹੋ, ਉਹਨਾਂ ਨੂੰ ਨਾਮ ਰੂਪੀ ਖਜ਼ਾਨਾ ਦੇ ਦਿੰਦੇ ਹੋ। ਨਿਧਾਨ ਦੇ ਅਰਥ ਹੁੰਦੇ ਨੇ ਖਜ਼ਾਨਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜਾਂ ਕੋ ਸਤਿਗੁਰ ਦੀਓ ਨਾਮ, ਜਿਹਨੂੰ ਤੁਸੀਂ ਨਾਮ ਦੀ ਦਾਤ ਦਿੱਤੀ ਉਹਦੇ ਮਨ ਅੰਦਰ ਨਾਮ ਦਾ ਖਜ਼ਾਨਾ ਟਿਕਾ ਦਿੱਤਾ। ਜਾ ਕੋ ਭੇਟਿਓ ਠਾਕੁਰ ਆਪਣਾ, ਭੇਟਿਓ ਜਿਨ੍ਹਾਂ ਨੇ ਆਪਣੇ ਮਾਲਕ ਨੂੰ, ਆਪਣੇ ਠਾਕੁਰ ਨੂੰ, ਆਪਣੇ ਇਸ਼ਟ ਦੀ ਪ੍ਰਾਪਤੀ ਕਰ ਲਈ। ਸਤਿਗੁਰੂ ਕਹਿੰਦੇ ਨੇ ਕਿ ਮਨ ਤਨ ਸ਼ੀਤਲ ਹਰ ਹਰ ਜਪਨਾ। ਕਹਿੰਦੇ ਨੇ ਉਹਦਾ ਮਨ ਤੇ ਤਨ ਸ਼ੀਤਲ ਹੋ ਜਾਂਦਾ ਹੈ, ਉਹਦਾ ਤਨ ਸੜਦਾ ਨਹੀਂ, ਉਹਦੇ ਮਨ ਦੇ ਵਿੱਚ ਲੋਭ ਵਿਕਾਰ ਨਹੀਂ ਹੁੰਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਉਹਨੂੰ ਸਾੜਦੀ ਨਹੀਂ। ਸਤਿਗੁਰੂ ਕਹਿੰਦੇ ਨੇ ਮਨ ਤਨ ਸ਼ੀਤਲ ਹਰ ਹਰ ਜਪਨਾ। ਜਿਉਂ-ਜਿਉਂ ਵਾਹਿਗੁਰੂ ਵਾਹਿਗੁਰੂ ਕਰੇਗਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਜਪਨ ਦੇ ਨਾਲ ਹੀ ਮਨ ਤੇ ਤਨ ਸ਼ੀਤਲ ਹੁੰਦਾ ਹੈ। ਕਹੋ ਨਾਨਕ ਜੋ ਜਨ ਪ੍ਰਭ ਭਾਏ। ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਨਾਨਕ ਸਰੂਪ ਕਿਰਪਾ ਕਰਦੇ ਆ। ਕਹਿੰਦੇ ਨੇ ਕਿ ਹੇ ਅਕਾਲ ਪੁਰਖ, ਜਿਹੜੇ ਤੈਨੂੰ ਚੰਗੇ ਲੱਗ ਜਾਂਦੇ ਨੇ, ਜੋ ਜਨ ਜਿਹੜੇ ਸੇਵਕ ਜਿਹੜੇ ਪਿਆਰੇ ਤੈਨੂੰ ਚੰਗੇ ਲੱਗ ਜਾਂਦੇ ਆ, ਪ੍ਰਭ ਭਾਏ ਪ੍ਰਭੂ ਨੂੰ ਭਾ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤਾ ਕੀ ਰੇਨ ਬਿਰਲਾ ਕੋ ਪਾਏ। ਕਹਿੰਦੇ ਨੇ ਮੈਂ ਉਹਨਾਂ ਦੀ ਚਰਨ ਧੂੜੀ ਬਾਂਛਦਾ ਹੈ। ਤੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਕਿ ਜਿਹੜੇ ਉਸ ਮਾਲਕ ਨੂੰ ਮੰਨਣ ਵਾਲੇ ਜਾਂ ਉਹਨੂੰ ਭਾ ਜਾਣ ਵਾਲੇ, ਜਿਹੜੇ ਉਹਨੂੰ ਚੰਗੇ ਲੱਗ ਜਾਂਦੇ ਨੇ, ਜਿਨ੍ਹਾਂ ਨੂੰ ਉਹਨਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ। ਸਤਿਗੁਰੂ ਮਹਾਰਾਜ ਕਹਿੰਦੇ ਉਹ ਵਿਰਲੇ ਹੀ ਹੁੰਦੇ ਨੇ। ਨਾਮ ਜਪਣ ਵਾਲੇ ਦੀ ਸੰਗਤ ਕਰ ਲੈਣੀ, ਸਤਿਗੁਰੂ ਮਹਾਰਾਜ ਕਹਿੰਦੇ ਹਰ ਕਿਸੇ ਨੂੰ ਨਹੀਂ ਪ੍ਰਾਪਤ ਹੁੰਦੀ। ਲੋਕੀ ਤਾਂ ਫਿਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ, ਦੇਖੋ ਜੀ ਕੱਲ੍ਹ ਤੱਕ ਤਾਂ ਆਹ ਕਰਦਾ ਸੀ, ਅੱਜ ਗੁਰਦੁਆਰੇ ਜਾਣ ਲੱਗ ਪਿਆ, ਅੱਜ ਤੇ ਪਾਠ ਕਰੀ ਜਾਂਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਾੜੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਨਾਮ ਜਪਣ ਵਾਲੇ ਤੇ ਕਿੰਤੂ ਪਰੰਤੂ ਕਰੀ ਜਾਣਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਨ। ਗੁਰੂ ਚਰਨਾਂ 'ਚ ਇਹ ਅਰਦਾਸ ਕਰੀਏ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਕਿ ਤੁਸੀਂ ਸਾਡੇ ਮਾਲਕ ਹੋ, ਤੁਸੀਂ ਸਾਡੇ ਖਸਮ ਹੋ, ਤੇ ਤੁਹਾਡੀ ਕਿਰਪਾ ਦੇ ਨਾਲ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ। ਤੁਸੀਂ ਆਪ ਕਿਰਪਾ ਕਰੋ। ਮੋਹੇ ਦੁਹਾਗਨ ਆਪ ਸ਼ਿੰਗਾਰੀ। ਮਾਲਕ ਜੀ ਕਿਰਪਾ ਕਰਕੇ ਨਾਮ ਦੀ ਦਾਤ ਦਿਓ। ਅਸੀਂ ਮਾੜੇ ਭਾਗਾਂ ਵਾਲੇ ਹਾਂ ਤੇ ਤੁਹਾਡੀ ਇੱਕ ਮਿਹਰ ਦੀ ਨਿਗਾਹ ਜਿਹੜੀ ਹੈ ਸਾਡੇ ਭਾਗ ਉੱਤਮ ਕਰ ਸਕਦੀ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਗੁਰੂ ਕੇ ਬਚਨਾਂ 'ਤੇ ਚੱਲ ਸਕੀਏ ਤਾਂ ਕਿ ਸਾਡਾ ਜੀਵਨ ਸਫਲਾ ਹੋ ਸਕੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਮਹਾਰਾਜ ਬਖਸ਼ਿਸ਼ ਰਹਿਮਤ ਕਰਨ ਕਿ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਸਾਨੂੰ ਪ੍ਰਾਪਤ ਹੋ ਜਾਏ, ਸਾਡਾ ਜੀਵਨ ਸਫਲਾ ਹੋ ਜਾਏ। ਗੁਰੂ ਕੀ ਬਖਸ਼ਿਸ਼, ਗੁਰੂ ਕੀ ਕਿਰਪਾ, ਗੁਰੂ ਦਾ ਪ੍ਰਸਾਦ ਸਾਨੂੰ ਪ੍ਰਾਪਤ ਹੋਵੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਪਿਆਰ ਅਦਬ ਸਤਿਕਾਰ ਦੇ ਨਾਲ ਫਤਿਹ ਪ੍ਰਵਾਨ ਕਰੋ। ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।